ਚੋਣਾਂ ਤੋਂ ਬਾਅਦ ਜਿਵੇਂ ਕਿ ਥਕਾਵਟ ਤਾਰਨ ਲਈ ਕਈ ਉਮੀਦਵਾਰ ਜਿਹੜੇ ਕਿ ਪਹਾੜਾਂ ਦੇ ਵਿੱਚ ਜਾ ਕੇ ਆਪਣਾ ਆਰਾਮ ਫਰਮਾ ਰਹੇ ਨੇ। ਉੱਥੇ ਸਾਡਾ ਤਾਂ ਬਦ ਦਸਤੂਰ ਇਹ ਕੰਮ ਜਾਰੀ ਹੈ। ਇੱਕ ਮਹੀਨਾ ਵਿੱਚ ਇਲੈਕਸ਼ਨ ਦਾ ਲਾਉਣਾ ਪੈ ਗਿਆ, ਨਹੀਂ ਤਾਂ ਇੱਦਾਂ ਹੀ ਕੰਮ ਪਹਿਲਾਂ ਚੱਲਦਾ ਸੀਗਾ, ਕਿਉਂਕਿ ਪੀਸਫੁਲ ਇਲੈਕਸ਼ਨ ਹੋਈ ਹੈ ਔਰ ਲੋਕਾਂ ਨੇ ਆਪਣੇ ਅਧਿਕਾਰ ਨੂੰ ਇੰਡੀਪੈਂਡੈਂਟਲੀ ਜਿਹੜਾ ਹੈਗਾ ਆ ਵਰਤਿਆ ਆ। 10 ਮਾਰਚ ਨੂੰ ਰਿਜ਼ਲਟ ਆਉਣਾ ਜੀ, ਹੁਣ ਕਿਵੇਂ ਲੱਗਦਾ, ਕੀ ਲੱਗਦਾ? ਬਹੁਤ ਵੱਡਾ ਉਤਸ਼ਾਹ ਲੋਕਾਂ ਦਾ ਕਾਂਗਰਸ ਦੇ ਪ੍ਰਤੀ ਦੇਖਿਆ ਆ। ਕੁਝ ਲੋਕਾਂ ਨੇ ਧਾਰਮਿਕ ਭਾਵਨਾਵਾਂ ਨੂੰ ਉਭਾਰ ਕੇ ਉਹਦੇ ਵਿੱਚੋਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਲੋਕਾਂ ਨੇ ਕਈ ਤਰ੍ਹਾਂ ਦੇ ਹੋਰ ਮਤਲਬ ਜਿਹੜੇ ਸੀ ਹੱਥਕੰਡੇ ਅਪਣਾਏ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਟੀਵੀ ਤੇ ਮੈਂ ਅਰਜਿੰਦਰ ਭੱਟ। ਜਿਵੇਂ ਕਿ 20 ਫਰਵਰੀ ਕੱਲ੍ਹ ਦਾ ਦਿਨ ਸੀ, ਚੋਣਾਂ ਹੋ ਚੁੱਕੀਆਂ ਨੇ ਤੇ ਸਿਆਸੀ ਆਗੂਆਂ ਵੱਲੋਂ ਪਿਛਲੇ 2 ਮਹੀਨੇ ਤੋਂ ਵੋਟਰਾਂ ਨਾਲ ਲੁਭਾਵੇਂ ਵਾਅਦੇ ਕੀਤੇ ਜਾ ਰਹੇ ਸਨ ਕਿ ਉਹਨਾਂ ਦੇ ਵੱਖ-ਵੱਖ ਢੰਗਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਕਿ ਜਿਵੇਂ ਕਿ ਉਹਨਾਂ ਦੀ ਵੋਟ ਹਾਸਲ ਕਰਕੇ ਉਹ ਸੱਤਾ 'ਤੇ ਕਾਬਜ਼ ਹੋ ਜਾਣ। ਅੱਜ ਅਸੀਂ ਫਤਿਹਗੜ੍ਹ ਸਾਹਿਬ ਵਿਖੇ ਨੇਤਾਵਾਂ ਨਾਲ ਗੱਲਬਾਤ ਕਰਾਂਗੇ ਕਿ ਜਿਵੇਂ ਕਿ ਚੋਣਾਂ ਤੋਂ ਬਾਅਦ ਜਿਵੇਂ ਕਿ ਥਕਾਵਟ ਤਾਰਨ ਲਈ ਕਈ ਉਮੀਦਵਾਰ ਜਿਹੜੇ ਕਿ ਪਹਾੜਾਂ ਦੇ ਵਿੱਚ ਜਾ ਕੇ ਆਪਣਾ ਆਰਾਮ ਫਰਮਾ ਰਹੇ ਨੇ, ਪਰ ਉੱਥੇ ਹੀ ਜਿਹੜੇ ਕਿ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸੀ ਕੁਲਜੀਤ ਸਿੰਘ ਨਾਗਰਾ, ਉਹ ਦੂਜੇ ਦਿਨ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦੂਜੇ ਦਿਨ ਉਹਨਾਂ ਵੱਲੋਂ ਆਪਣੇ ਜਿੱਥੇ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਤੇ ਆਪਣੀ ਡਿਊਟੀ ਬਖੂਬੀ ਨਾਲ ਉਹੀ ਢੰਗ ਨਾਲ ਉਹ ਦੂਜੇ ਦਿਨ ਵੀ ਲੋਕਾਂ ਦੀ ਸਮੱਸਿਆਵਾਂ ਹੱਲ ਕਰਵਾਉਣ ਲਈ ਆਪਣੀ ਡਿਊਟੀ 'ਤੇ ਨਿਭਾ ਰਹੇ ਨੇ, ਸੇਵਾ ਕਰ ਰਹੇ ਨੇ। ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਨੇ ਕੁਲਜੀਤ ਸਿੰਘ ਨਾਗਰਾ, ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਕੱਲ੍ਹ ਇਲੈਕਸ਼ਨ ਹੋ ਗਈ ਤੇ ਇਲੈਕਸ਼ਨ ਤੋਂ ਬਾਅਦ ਅੱਜ ਦੂਸਰਾ ਦਿਨ ਆ, ਕਿਵੇਂ ਦਾ ਕੀ? ਬਸ ਬੈਠੇ ਆ ਜਿਹੜੇ ਵੀ ਕੋਈ ਸਾਥੀ ਜਿਨ੍ਹਾਂ ਨੇ ਪਿਛਲੇ ਤਕਰੀਬਨ 1 ਮਹੀਨੇ ਤੋਂ 1.5 ਮਹੀਨੇ ਤੋਂ ਇਲੈਕਸ਼ਨਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਆ ਔਰ ਜਿੱਥੇ ਅੱਜ ਸਾਰੇ ਜਣੇ ਇਲੈਕਸ਼ਨ ਹੋਣ ਤੋਂ ਬਾਅਦ ਅੱਜ ਅਸੀਂ ਸਾਰਿਆਂ ਨੂੰ ਇੱਥੇ ਆਪਣੇ ਰੈਜ਼ੀਡੈਂਸ ਦੇ ਉੱਤੇ ਮਿਲ ਰਹੇ ਹਾਂ। ਹਰ ਇੱਕ ਵਿਅਕਤੀ ਆਪਣਾ ਆ ਕੇ ਜਿੱਥੇ ਆਪਣੇ ਪਿੰਡ ਦੇ ਬਾਰੇ 'ਚ ਦੱਸ ਰਿਹਾ, ਉੱਥੇ ਸਾਡਾ ਤਾਂ ਬਦ ਦਸਤੂਰ ਇਹ ਕੰਮ ਜਾਰੀ ਹੈ। 1 ਮਹੀਨਾ ਵਿੱਚ ਇਲੈਕਸ਼ਨ ਦਾ ਲਾਉਣਾ ਪੈ ਗਿਆ, ਨਹੀਂ ਤਾਂ ਇੱਦਾਂ ਹੀ ਕੰਮ ਪਹਿਲਾਂ ਚੱਲਦਾ ਸੀਗਾ, ਉਹ ਅੱਜ ਤੋਂ ਫੇਰ ਸ਼ੁਰੂ ਹੈ, ਕਿਉਂਕਿ ਲੋਕਾਂ ਦੇ ਵਾਸਤੇ ਹੈ ਔਰ ਲੋਕਾਂ ਦੇ ਜੋ ਮਸਲੇ ਨੇ ਉਹ ਤਾਂ ਹਰ ਰੋਜ਼ ਦੇ ਹੁੰਦੇ ਨੇ। ਇਸ ਕਰਕੇ ਕੰਮ ਦੁਬਾਰਾ ਤੋਂ ਅੱਜ ਤੋਂ ਫੇਰ ਸਟਾਰਟ ਹੈ। ਸਰ, ਜਿਵੇਂ ਕਿ ਇਲੈਕਸ਼ਨ 'ਚ ਥਕਾਵਟ ਹੋ ਗਈ, ਕਈ ਉਮੀਦਵਾਰ ਪਹਾੜਾਂ ਵਰਗੀਆਂ ਜਗ੍ਹਾਵਾਂ 'ਤੇ ਜਾ ਕੇ ਆਰਾਮ ਫਰਮਾ ਰਹੇ ਨੇ, ਪਰ ਤੁਸੀਂ ਦੂਜੇ ਦਿਨ ਹੀ ਲੋਕਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਆ ਵੀ ਤਾਂ ਪਹਾੜ ਹੀ ਹੈ, ਹੁਣ ਦੇਖ ਲਓ ਕਿੱਡੇ ਸੋਹਣੇ ਮੌਸਮ 'ਚ ਬੈਠੇ ਆ। ਤੁਸੀਂ ਥੋੜ੍ਹੀ ਪਹਿਲਾਂ ਆਉਂਦੇ ਇੱਥੇ ਧੁੱਪ ਵਧੀਆ ਸੀਗੀ, ਹੁਣ ਥੋੜ੍ਹੀ ਛਾਂ ਆ ਗਈ ਹੈ, ਉੱਚੇ 'ਚ ਬੈਠੇ ਆ। ਮੇਰੇ ਕੋਲ 4ਥੀ ਮੰਜ਼ਿਲ ਹੈ ਸਾਡੀ, ਅਸੀਂ ਤਾਂ ਇਹਨੂੰ ਹੀ ਪਹਾੜ ਮੰਨ ਲਈਦਾ ਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ, ਜਿਹੜੀ ਥਕਾਵਟ ਕਿਸੇ ਵਿਅਕਤੀ ਦੇ ਕੰਮ ਨੂੰ ਕਰਕੇ ਉਤਰਨੀ ਹੈ, ਤੁਹਾਡਾ ਦਿਮਾਗ ਦੇ ਵਿੱਚ ਜਿਹੜਾ ਥਕਾਵਟ ਤਾਂ ਦਿਮਾਗੀ ਤੌਰ 'ਤੇ ਹੁੰਦੀ ਹੈ। ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋ, ਸਾਡੀ ਤਾਂ ਖੁਰਾਕ ਹੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਉਹ ਇਹੀ ਹੈ ਔਰ ਥਕਾਵਟ ਦੀ ਦਵਾਈ ਵੀ ਇਹੀ ਹੈ ਕਿ ਤੁਸੀਂ ਆਪਣੇ ਸਾਥੀਆਂ ਨਾਲ ਬੈਠ ਕੇ ਜਦੋਂ ਵਿਚਾਰ ਚਰਚਾ ਕਰਦੇ ਹੋ ਅਤੇ ਜਦੋਂ ਤੁਸੀਂ ਕਿਸੇ ਲੋੜਵੰਦ ਦੇ ਕੰਮ ਆ ਜਾਂਦੇ ਹੋ, ਉਹ ਸਭ ਤੋਂ ਵੱਡੀ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ। ਸੋ ਬਾਕੀ ਹਰ ਇੱਕ ਵਿਅਕਤੀ ਦਾ ਆਪੋ ਆਪਣਾ ਨਜ਼ਰੀਆ ਆ ਔਰ ਅਸੀਂ ਤਾਂ ਕਦੀ ਕੰਮ ਨੂੰ ਥਕਾਵਟ ਦਾ ਰੂਪ ਹੀ ਨਹੀਂ ਦਿੱਤਾ। ਅੱਜ ਦੀ ਕਿਵੇਂ ਦੀਆਂ ਸਮੱਸਿਆਵਾਂ ਸੀ ਲੋਕਾਂ ਦੀ ਜਿਹੜੀਆਂ ਤੁਸੀਂ ਅੱਜ ਸੁਣੀਆਂ ਨੇ, ਤੇ ਕਿਵੇਂ ਦੀ? ਜਿਵੇਂ ਅੱਜ ਇੱਕ ਬੰਦਾ ਆਇਆ, ਕਹਿੰਦਾ ਜੀ ਮੇਰੇ ਜਿਹੜਾ ਡਾਇਲਿਸਿਸ ਜਿਹੜਾ ਹੈਗਾ ਆ ਹੋ ਰਿਹਾ ਆ, ਉਹ ਡਾਇਲਿਸਿਸ ਵਾਲਾ ਕਾਰਡ ਜਿਹੜਾ ਆ ਉਹ ਖਤਮ ਹੋ ਗਿਆ ਆ। ਸੋ ਜਿਵੇਂ ਉਹ ਆਇਆ, ਇੱਕ ਲੇਡੀ ਆਈ, ਉਹਦਾ ਸੀਗਾ ਕੋਈ ਘਰੇਲੂ ਪ੍ਰੋਬਲਮ ਸੀਗੀ। ਇਸੇ ਤਰ੍ਹਾਂ 1-2 ਪਿੰਡਾਂ ਦੀਆਂ ਸਮੱਸਿਆਵਾਂ ਸੀਗੀਆਂ, ਪੰਚਾਇਤਾਂ ਵਾਲਿਆਂ ਦੀਆਂ, ਮਤਲਬ ਇੱਦਾਂ ਦੇ ਜਿਹੜੇ ਛੋਟੇ ਕੰਮ ਹੁੰਦੇ ਆ ਲੋਕਾਂ ਦੇ, ਉਹ ਬਹੁਤ ਜ਼ਿਆਦਾ ਅੱਜ ਕੰਮ ਨਹੀਂ ਸੀਗੇ, ਪਰ ਉਹਦੇ ਬਾਵਜੂਦ ਵੀ ਕੋਈ 8-10 ਬੰਦੇ ਕੰਮਾਂ ਵਾਲੇ ਆਏ। ਬਾਕੀ ਆਪਣੇ ਸਾਥੀ ਮਤਲਬ ਕਈ 100 ਸਾਥੀ ਅੱਜ ਜਿਹੜੇ ਹੈਗੇ ਨੇ, 1000 ਤੋਂ ਵੀ ਉੱਤੇ ਬੰਦਾ ਜਿਹੜਾ ਹੈਗਾ ਆ ਸਾਡੇ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਪੰਚਾਇਤਾਂ ਦੇ ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਿਊਨਸਿਪਲ ਕੌਂਸਲਰ, ਕਿਉਂਕਿ ਕੱਲ੍ਹ ਜਦੋਂ 6:30 ਵਜੇ ਤੱਕ ਚੋਣ ਖਤਮ ਹੋਈ ਹੈ ਤਾਂ ਸ਼ਾਮ ਨੂੰ ਕੁਝ ਲੋਕ ਆ ਗਏ, ਕੁਝ ਲੋਕ ਅੱਜ ਆ ਕੇ ਆਪਣੇ ਇਲੈਕਸ਼ਨ ਦੇ ਬਾਰੇ 'ਚ ਵੀ ਚਰਚਾ ਕਰਕੇ ਗਏ, ਪਿੰਡ ਲੈਵਲ 'ਤੇ, ਬੂਥ ਲੈਵਲ 'ਤੇ ਕੀ ਹੋਇਆ, ਕਿਵੇਂ ਆ। ਸੋ ਮੈਂ ਜਿੱਥੇ ਅੱਜ ਸਾਰੇ ਹੀ ਫਤਿਹਗੜ੍ਹ ਸਾਹਿਬ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਕਰਦਾ ਹਾਂ, ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਇੱਕ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਮਤ ਦਾ ਦਾਨ ਦਿੱਤਾ ਆ, ਵੋਟਿੰਗ ਕੀਤੀ ਹੈ
ਔਰ ਸਾਰੇ ਜਿੱਥੇ ਪ੍ਰਸ਼ਾਸਨ ਦਾ, ਸਾਰੇ ਹੀ ਅਧਿਕਾਰੀਆਂ ਦਾ, ਜਿੰਨਾ ਮੁਲਾਜ਼ਮਾਂ ਨੇ ਡਿਊਟੀ ਕੀਤੀ ਹੈ ਉਹਨਾਂ ਦਾ, ਔਰ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਸਾਥ ਦਿੱਤਾ ਆ ਸਾਡਾ, ਉਹਨਾਂ ਸਾਰਿਆਂ ਦਾ ਮੈਂ ਖਾਸ ਤੌਰ 'ਤੇ ਧੰਨਵਾਦ ਕਰਦਾ ਹਾਂ, ਕਿਉਂਕਿ ਪੀਸਫੁਲ ਇਲੈਕਸ਼ਨ ਹੋਈ ਹੈ ਔਰ ਲੋਕਾਂ ਨੇ ਆਪਣੇ ਅਧਿਕਾਰ ਨੂੰ ਇੰਡੀਪੈਂਡੈਂਟਲੀ ਜਿਹੜਾ ਹੈਗਾ ਆ ਵਰਤਿਆ ਆ। ਸੋ ਮੈਂ ਇਸ ਗੱਲ ਦੀ ਵਧਾਈ ਵੀ ਉਹਨਾਂ ਨੂੰ ਦੇਣਾ ਹੈ। 10 ਮਾਰਚ ਨੂੰ ਰਿਜ਼ਲਟ ਆਉਣਾ ਜੀ, ਹੁਣ ਕਿਵੇਂ ਲੱਗਦਾ, ਕੀ ਲੱਗਦਾ? ਦੇਖੋ ਭੱਟ ਸਾਹਿਬ ਰਿਜ਼ਲਟ ਤਾਂ ਸਾਹਮਣੇ ਹੀ ਹੈ ਤੁਹਾਡੇ, ਤੁਸੀਂ ਵੀ ਸਾਰੇ ਬੂਥਾਂ ਨੂੰ ਕਵਰ ਕੀਤਾ ਆ, ਮੈਂ ਵੀ ਕੱਲ੍ਹ ਸਾਰੇ ਬੂਥਾਂ 'ਤੇ ਗਿਆ ਆ। ਬਹੁਤ ਵੱਡਾ ਉਤਸ਼ਾਹ ਲੋਕਾਂ ਦਾ ਕਾਂਗਰਸ ਦੇ ਪ੍ਰਤੀ ਦੇਖਿਆ ਆ, ਔਰ ਖ਼ਾਸ ਤੌਰ 'ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਈ ਡਿਵੈਲਪਮੈਂਟ ਨੂੰ ਲੈ ਕੇ ਹਰ ਇੱਕ ਵਿਅਕਤੀ ਜਿਹੜਾ ਸੀਗਾ ਉਹ ਇਹ ਕਹਿ ਰਿਹਾ ਸੀਗਾ ਕਿ ਮੈਂ ਜਿਹੜੀ ਆਪਣੀ ਵੋਟ ਹੈ ਫਤਿਹਗੜ੍ਹ ਸਾਹਿਬ ਦੇ ਵਿਕਾਸ ਦੇ ਨਾਂ 'ਤੇ ਪਾਉਣੀ ਹੈਗੀ ਹੈ। ਸੋ ਮੈਨੂੰ ਨਹੀਂ ਲੱਗਦਾ, ਕੁਝ ਲੋਕਾਂ ਨੇ ਧਾਰਮਿਕ ਭਾਵਨਾਵਾਂ ਨੂੰ ਉਭਾਰ ਕੇ ਉਹਦੇ ਵਿੱਚੋਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਲੋਕਾਂ ਨੇ ਕਈ ਤਰ੍ਹਾਂ ਦੇ ਹੋਰ ਮਤਲਬ ਜਿਹੜੇ ਸੀ ਹੱਥਕੰਡੇ ਅਪਣਾਏ ਨੇ, ਪਰ ਆਖਰ ਦੇ ਵਿੱਚ ਜਿਹੜੀ ਸੱਚਾਈ ਹੈ, ਇਮਾਨਦਾਰੀ ਹੈ, ਦ੍ਰਿੜਤਾ ਆ ਔਰ ਡਿਵੈਲਪਮੈਂਟ ਹੈ, ਉਹਨੇ ਉੱਪਰ ਹੀ ਆਉਣਾ ਸੀਗਾ। ਮੈਂ ਤਾਂ ਸ਼ੁਰੂ ਤੋਂ ਹੀ ਕਹਿ ਰਿਹਾ ਸੀਗਾ, ਤੁਸੀਂ ਪਹਿਲਾਂ ਵੀ ਕਈ ਵਾਰੀ ਸਵਾਲ ਕੀਤੇ, ਔਰ ਤੁਹਾਨੂੰ ਮੈਂ ਇੱਕੋ ਗੱਲ ਕਹਿੰਦਾ ਸੀਗਾ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਜੇ ਇਮਾਨਦਾਰੀ ਦੇ ਨਾਲ ਇਸ ਪਵਿੱਤਰ ਧਰਤੀ ਦੇ ਵਿਕਾਸ ਨੂੰ ਕੀਤਾ ਆ ਤੇ ਫਿਰ ਤਾਂ ਲੋਕ ਮੈਨੂੰ ਵੋਟ ਪਾਉਣ, ਤੇ ਜੇ ਨਹੀਂ ਕੀਤਾ ਹੈਗਾ ਤਾਂ ਬਿਲਕੁਲ ਮੈਂ ਵੋਟ ਦਾ ਹੱਕਦਾਰ ਨਹੀਂ ਹਾਂ। ਨਗਰ ਨੂੰ ਵਿਕਾਸ ਪੁੱਤਰ ਦੇ ਨਾਂ 'ਤੇ ਵੀ ਕਈ ਲੋਕ ਕਹਿੰਦੇ ਨੇ, ਤੇ ਹੁਣ ਜਿੱਤਣ ਤੋਂ ਬਾਅਦ ਪਹਿਲੇ ਕਿਹੜੇ ਕਾਰਜ ਹੋਣਗੇ ਜਿਹੜੇ ਰਹਿ ਚੁੱਕੇ ਨੇ ਫਤਿਹਗੜ੍ਹ ਸਾਹਿਬ ਦੇ, ਪਹਿਲੇ ਜਿਹੜੇ ਮੇਨ ਕਾਰਜ ਕਿਹੜੇ ਹੋਣਗੇ? ਦੇਖੋ ਫਤਿਹਗੜ੍ਹ ਸਾਹਿਬ ਦੇ ਵਿੱਚ ਥੋੜ੍ਹਾ ਜਿਹਾ ਕੰਮ ਜਿਹੜਾ ਹੈਗਾ ਆ, ਜੇ ਸ਼ਹਿਰ ਦੇ ਵਿੱਚ ਜਿਹਨੂੰ ਆਪਾਂ ਕਹਿ ਦਈਏ 10-15% ਕੰਮ ਜਿਹੜਾ ਹੈਗਾ ਆ, ਸੀਵਰੇਜ ਦਾ, ਪਾਣੀ ਦਾ ਔਰ ਆਪਣੇ ਸੜਕਾਂ ਦਾ ਪਿਆ ਆ। ਇਹਦੇ ਨਾਲ ਨਾਲ ਸਾਡੇ ਸ਼ਹਿਰ ਦੀ ਬਿਊਟੀਫਿਕੇਸ਼ਨ ਪਈ ਹੈ। ਇਹਦੇ ਨਾਲ ਨਾਲ ਸਭ ਤੋਂ ਵੱਡਾ ਕੰਮ ਜਿਹੜਾ ਹੈਗਾ ਆ ਉਹ ਸਾਡਾ ਰਹੂਗਾ ਕਿ ਸਾਡੇ 130 ਏਕੜ ਦੇ ਵਿੱਚ ਅਸੀਂ ਜਿਹੜਾ ਫਾਰਮਾਸਿਊਟੀਕਲ ਇੰਡਸਟਰੀਅਲ ਪਾਰਕ ਬਣਾ ਰਹੇ ਹਾਂ, ਜਿਹਦੇ ਵਿੱਚ ਬਹੁਤ ਵੱਡੀ ਇੰਡਸਟਰੀ ਜਿਹੜੀ ਆ ਰਹੀ ਹੈ 130 ਏਕੜ 'ਚ, ਜਿਹਦੇ ਵਿੱਚ ਦਵਾਈਆਂ ਦੀਆਂ ਫੈਕਟਰੀਆਂ ਲੱਗਣਗੀਆਂ, ਉਹਨੂੰ ਜਲਦੀ ਤੋਂ ਜਲਦੀ ਡਿਵੈਲਪ ਕਰਕੇ ਤੇ ਉਹਦੇ ਵਿੱਚ ਤਾਂ ਕਿ ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲੇ। ਇਸ ਤਰ੍ਹਾਂ ਹੀ 500 ਏਕੜ ਦਾ ਹੋਰ ਵੀ ਡਿਮਾਂਡ ਜਿਹੜੀ ਹੈਗੀ ਹੈ ਉਹ ਡਿਵੈਲਪ ਹੋ ਰਹੀ ਹੈ, ਤੇ ਇੰਡਸਟਰੀ ਦੇ ਨੂੰ ਇੱਥੇ ਸਭ ਤੋਂ ਜ਼ਿਆਦਾ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਦੇ ਰੁਜ਼ਗਾਰ ਮਿਲਣ ਔਰ ਸਾਡੇ ਇਲਾਕੇ ਨੂੰ ਬਿਜ਼ਨਸ ਮਿਲੇ। ਇੱਦਾਂ ਹੀ ਸਾਡਾ ਟੂਰਿਸਟ ਸਰਕਟ ਬਣਾਇਆ ਸੀ ਇੱਥੇ ਫਤਿਹਗੜ੍ਹ ਸਾਹਿਬ ਨੂੰ, ਟੂਰਿਜ਼ਮ ਦੇ ਵਿੱਚ ਅਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕਰਾਂਗੇ ਤਾਂ ਕਿ ਟੂਰਿਸਟ ਜਦੋਂ ਇੱਥੇ ਆਊਗਾ ਤਾਂ ਉਹਦੇ ਨਾਲ ਸ਼ਹਿਰ ਦੇ ਵਿੱਚ ਬਿਜ਼ਨਸ ਆਊਗਾ। ਇਹਦੇ ਨਾਲ ਨਾਲ ਹੀ ਜਿਹੜੀ ਪਟਿਆਲਾ ਸਰਹੰਦ ਰੋਡ ਹੈ ਸਾਡੀ, ਇਹਨੂੰ ਡਬਲ ਕਰਨ ਦਾ ਜਿਹੜਾ ਪ੍ਰਪੋਜ਼ਲ ਜਿਹੜੀ ਹੈਗੀ ਆ ਉਹ ਪਾਸ ਹੋ ਕੇ ਤੇ ਜਿਹੜਾ ਹੈਗਾ ਉਹਦਾ ਟੈਂਡਰ ਹੋ ਚੁੱਕਾ ਆ। ਇਹਨੂੰ 4 ਲਾਈਨ ਜਿਹੜਾ ਹੈਗਾ ਆ ਜਲਦੀ ਤੋਂ ਜਲਦੀ ਜਿਹੜਾ ਆ ਇਹਦੀ 4 ਲਾਈਨਿੰਗ ਕੀਤੀ ਜਾਊਗੀ, ਔਰ ਉਹਦੇ ਨਾਲ ਨਾਲ ਹੀ ਜਿਹੜੀ ਸਿਹਤ ਸੇਵਾਵਾਂ ਨੇ, ਜਿਵੇਂ ਸਾਡੀ ਸਰਕਾਰ ਆਉਣ 'ਤੇ ਕਿਹਾ ਗਿਆ ਆ ਕਿ ਸਿਹਤ ਸੇਵਾਵਾਂ ਜਿਹੜੀਆਂ ਹੈਗੀਆਂ ਨੇ, ਪਹਿਲਾਂ 5 ਲੱਖ ਦਾ ਬੀਮਾ ਕਾਰਡ ਸੀ, ਹੁਣ ਬਿਲਕੁਲ ਮੁਫਤ ਕਰ ਦਿੱਤੀਆਂ ਜਾਣਗੀਆਂ, ਔਰ ਸਕੂਲਾਂ ਅਤੇ ਕਾਲਜਾਂ ਦੀ ਪੜ੍ਹਾਈ ਜਿਹੜੀ ਹੈਗੀ ਹੈ ਉਹ ਬਿਲਕੁਲ ਮੁਫਤ ਕਰ ਦਿੱਤੀ ਜਾਊਗੀ। ਇਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਸੋਸ਼ਲ ਸਕੀਮਸ ਨੇ, ਪਾਰਟੀਕੂਲਰਲੀ ਜਿਹੜੀਆਂ ਸਾਡੇ ਬਜ਼ੁਰਗਾਂ ਦੇ ਲਈ, ਔਰਤਾਂ ਦੇ ਲਈ, ਬੇਸਹਾਰਾ ਬੱਚਿਆਂ ਦੇ ਲਈ ਔਰ ਮਿਹਨਤਕਸ਼ ਲੋਕਾਂ ਦੇ ਲਈ ਨੇ, ਉਹਨਾਂ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਜਾਊਗਾ ਤਾਂ ਕਿ ਉਹਨਾਂ ਦੇ ਲਾਭ ਜਿਹੜੇ ਹੈਗੇ ਨੇ ਉਹਨਾਂ ਤੱਕ ਪਹੁੰਚਣ। ਸੋ ਸਪੋਰਟਸ ਦੇ ਉੱਤੇ ਬਹੁਤ ਵੱਡਾ ਕੰਮ ਕਰਨ ਦੀ ਜ਼ਰੂਰਤ ਹੈ। ਅਸੀਂ ਹੁਣ ਕਾਫੀ ਗਰਾਊਂਡ ਬਣਾਏ ਨੇ, ਇਹਨਾਂ ਨੂੰ ਸਪੋਰਟਸ ਦੀ ਇਨਫਰਾਸਟਰਕਚਰ ਤਿਆਰ ਕੀਤਾ ਜਾਂ ਹੋਰ ਕਰਨ ਦੀ ਲੋੜ ਹੈ, ਉਹਦੇ ਉੱਤੇ ਅਸੀਂ ਕਾਫੀ ਵੱਡੇ ਲੈਵਲ 'ਤੇ ਕਰਾਂਗੇ। ਇਹਦੇ ਨਾਲ ਨਾਲ ਹੀ ਅਸੀਂ ਜਿਹੜੇ ਗਰੁੱਪ ਨੇ, ਕੁਛ ਜਿਹੜੇ ਸਾਡੀਆਂ ਭੈਣਾਂ ਨੇ ਜਿਹੜੀਆਂ, ਉਹਨਾਂ ਦੇ ਜਿਹੜੇ ਹੈਗੇ ਨੇ ਸੈਲਫ ਹੈਲਪ ਗਰੁੱਪ ਤਿਆਰ ਕਰਕੇ ਤਾਂ ਕਿ ਉਹਨਾਂ ਦੇ ਅੱਜ ਜ਼ਰੂਰਤ ਜਿਹੜੀ ਹੈਗੀ ਹੈ ਉਹ ਰੁਜ਼ਗਾਰ ਨੂੰ ਵੱਧ ਤੋਂ ਵੱਧ ਲੈ ਕਰਨ ਦੀ ਹੈਗੀ ਹੈ। ਇਸ ਕਰਕੇ ਜਿਹੜਾ ਕਾਫੀ ਜ਼ਿਆਦਾ ਕੰਮ ਨੇ, ਕਿਉਂਕਿ ਅਸੀਂ ਜਿਹੜਾ ਬੇਸਿਕ ਕੰਮ ਸੀਗਾ ਸੜਕਾਂ ਨੂੰ ਬਣਾਉਣ ਵਾਲਾ, ਆਪਣੇ ਪਿੰਡਾਂ ਦੇ ਇੰਟਰਨਲ ਡਿਵੈਲਪਮੈਂਟ, ਐਕਸਟਰਨਲ ਡਿਵੈਲਪਮੈਂਟ, ਸ਼ਹਿਰ ਦੀ ਇੰਟਰਨਲ ਐਕਸਟਰਨਲ ਡਿਵੈਲਪਮੈਂਟ, ਕਾਫੀ ਹੱਦ ਤੱਕ ਅਸੀਂ 90%, 85-90% ਕੰਮ ਉਹਦੇ 'ਚ ਕਰ ਚੁੱਕੇ ਹਾਂ ਪਿਛਲੇ 5 ਸਾਲਾਂ 'ਚ। ਉਹਦੇ 'ਚ ਹੁਣ ਸਾਨੂੰ ਜ਼ਿਆਦਾ ਕੰਮ ਕਰਨ ਦੀ ਲੋੜ ਨਹੀਂ।
ਇੱਦਾਂ ਹੀ ਪਿੰਡਾਂ ਨੂੰ ਸੈਲਫ ਸਫੀਸ਼ੀਐਂਟ ਕਰਨ ਦੇ ਲਈ ਅਸੀਂ ਉਹਦੇ ਵਾਸਤੇ ਉਪਰਾਲੇ ਕਰਾਂਗੇ। ਜਿਵੇਂ ਸੋਲਰ ਪਾਵਰ ਨੂੰ ਅਸੀਂ ਇਨਕਰੇਜ ਕਰਾਂਗੇ, ਇਹਦੇ ਨਾਲ ਹੀ ਪਿੰਡਾਂ ਦੀ ਕਨੈਕਟੀਵਿਟੀ ਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਦੇ ਲਈ ਸਾਨੂੰ ਇਹ ਹੈ ਕਿ ਅਸੀਂ ਜਿਹੜਾ ਹੈਗਾ ਆ ਇੱਕ ਬੈਟਰੀ ਵਾਲੇ ਜਿਹੜੇ ਆਟੋ ਰਿਕਸ਼ਾ ਹੈਗੇ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਇੱਕ ਦਈਏ, ਤਾਂ ਕਿ ਜਿਹੜੇ ਬਜ਼ੁਰਗ ਨੇ ਤੇ ਔਰਤਾਂ ਨੇ ਤੇ ਜਿਹੜੇ ਹੋਰ ਲੋੜਵੰਦ ਨੇ ਉਹਨਾਂ ਨੇ ਜੇ ਕਿਤੇ ਜਾਣਾ ਹੈ ਤਾਂ ਬੈਂਕ 'ਚ ਜਾਣਾ ਆ, ਕਿਤੇ ਹਸਪੀਟਲ ਜਾਣਾ ਆ ਜਾਂ ਕਿਸੇ ਹੋਰ ਛੋਟੇ ਮੋਟੇ ਕੰਮ ਨੇੜੇ ਜਾਣਾ ਹੈ ਤਾਂ ਉਹਨਾਂ ਨੂੰ ਉਹ ਸਹੂਲਤ ਮਿਲੇ। ਕਾਫੀ ਪ੍ਰਪੋਜ਼ਲ ਔਰ ਬਹੁਤ ਵੱਡੇ ਲੈਵਲ 'ਤੇ ਕੰਮ ਹੋਊਗਾ। ਪਰਮਾਤਮਾ ਬਖਸ਼ਿਸ਼ ਕਰੇ, ਲੋਕਾਂ ਦੀ ਦਿੱਤੀ ਤਾਕਤ ਜਿਹੜੀ ਹੈਗੀ ਹੈ ਉਹਨੂੰ ਵਰਤ ਕੇ ਇਸ ਪਵਿੱਤਰ ਧਰਤੀ ਦੀ ਮਤਲਬ ਪੂਰੀ ਡਟ ਕੇ ਸੇਵਾ ਕਰਾਂਗੇ। ਇਹ ਸਨ ਕੁਲਜੀਤ ਸਿੰਘ ਨਾਗਰਾ ਜੋ ਕਾਂਗਰਸ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਸੀ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿੱਤਣ ਤੋਂ ਬਾਅਦ ਜਿੱਥੇ ਕਿ ਪਹਿਲਾਂ ਇੰਡਸਟਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਲਿਆਂਦੀ ਜਾਊਗੀ, ਜਦੋਂ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ, ਉੱਥੇ ਹੀ ਕਈ ਜਿਹੜੇ ਕਿ ਉਮੀਦਵਾਰ ਸੀ ਉਹ ਆਰਾਮ ਫਰਮਾਉਣ ਲਈ ਜਿੱਥੇ ਕਿ ਪਹਾੜਾਂ ਦੇ ਵਿੱਚ ਜਾ ਕੇ ਆਰਾਮ ਫਰਮਾਉਣੇ, ਪਰੰਤੂ ਕੁਲਜੀਤ ਸਿੰਘ ਨਾਗਰਾ ਦੂਸਰੇ ਦਿਨ ਹੀ ਲੋਕਾਂ ਦੀ ਸੇਵਾ ਦੇ ਵਿੱਚ ਲੱਗ ਗਏ ਨੇ ਤੇ ਲੋਕਾਂ ਦੀ ਸੇਵਾ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਥਕਾਵਟ ਉਤਰ ਜਾਂਦੀ ਹੈ। ਸਕਰੋਲ ਪੰਜਾਬ ਟੀਵੀ ਤੋਂ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ।